ਅੱਜ ਦੀ ਜਮਾਤ ਵਿੱਚ ਅਸੀਂ ਪਹਿਲੇ ਪਾਠ ਭਾਰਤ ਆਕਾਰ ਅਤੇ ਸਥਿਤੀ ਦੇ ਅਭਿਆਸ ਦੇ ਪ੍ਰਸ਼ਨ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਪਾਠ ਦੇ ਅੰਤ ਵਿੱਚ ਦਿੱਤੇ ਗਏ ਅਭਿਆਸ ਦੇ ਪ੍ਰਸ਼ਨਾਂ ਦੀ ਗੱਲ ਕਰਦੇ ਹਾਂ। ਅਭਿਆਸ ਦੀ ਸ਼ੁਰੂਆਤ ਵਿੱਚ ਛੋਟੇ ਪ੍ਰਸ਼ਨ ਜਿਨ੍ਹਾਂ ਦੇ ਉੱਤਰ ਅਸੀਂ ਇੱਕ ਦੋ ਸ਼ਬਦਾਂ ਦੇ ਵਿੱਚ ਜਾਂ ਇੱਕ ਵਾਕ ਵਿੱਚ ਦੇਣੇ ਹਨ, ਉਹ ਹਨ ਅਤੇ ਇਸ ਵਿੱਚ ਸਾਡਾ ਪਹਿਲਾ ਪ੍ਰਸ਼ਨ ਹੈ, ਖੇਤਰਫਲ ਦੇ ਪੱਖੋਂ ਸੰਸਾਰ ਵਿੱਚ ਤੀਸਰੇ ਸਥਾਨ ਉੱਤੇ ਕਿਹੜਾ ਦੇਸ਼ ਹੈ? ਭਾਵ ਸੰਸਾਰ ਵਿੱਚ ਤੀਸਰੇ ਨੰਬਰ 'ਤੇ ਕਿਸ ਦੇਸ਼ ਕੋਲ ਜ਼ਮੀਨ ਵੱਧ ਹੈ ਜਾਂ ਖੇਤਰਫਲ ਵੱਧ ਹੈ? ਪਿਆਰੇ ਵਿਦਿਆਰਥੀਓ, ਤੁਸੀਂ ਸਾਰੇ ਪਹਿਲਾਂ ਹੀ ਇਹ ਪਾਠ ਸਮਝ ਚੁੱਕੇ ਹੋ, ਪੜ੍ਹ ਚੁੱਕੇ ਹੋ ਮੇਰੇ ਨਾਲ। ਮੈਂ ਚਾਹੁੰਦਾ ਹਾਂ ਕਿ ਇਸ ਤੋਂ ਪਹਿਲਾਂ ਕਿ ਮੈਂ ਕਿਸੇ ਵੀ ਪ੍ਰਸ਼ਨ ਦਾ ਉੱਤਰ ਦੇਵਾਂ, ਤੁਸੀਂ ਇੱਕ ਵਾਰ ਆਪਣੇ ਦਿਮਾਗ 'ਤੇ ਭਰੋਸਾ ਰੱਖਦੇ ਹੋਏ ਕੋਸ਼ਿਸ਼ ਕਰਨੀ ਹੈ ਕਿ ਇਸ ਦਾ ਉੱਤਰ ਤੁਹਾਡੇ ਯਾਦ ਹੋਵੇ। ਸੋ ਇਸ ਪ੍ਰਸ਼ਨ ਦੇ ਉੱਤਰ ਦੀ ਅਸੀਂ ਗੱਲ ਕਰ ਰਹੇ ਹਾਂ। ਇਸ ਸਾਰਣੀ ਦੇ ਵਿੱਚੋਂ ਸਪਸ਼ਟ ਹੈ ਕਿ ਖੇਤਰਫਲ ਦੇ ਪੱਖੋਂ ਜਾਂ ਰਕਬੇ ਪੱਖੋਂ ਸੰਸਾਰ ਵਿੱਚ ਤੀਸਰੇ ਨੰਬਰ 'ਤੇ ਚੀਨ ਦਾ ਨਾਂ ਆਉਂਦਾ ਹੈ। ਉਸ ਤੋਂ ਬਾਅਦ ਸਾਡਾ ਅਗਲਾ ਪ੍ਰਸ਼ਨ, ਉਹ ਦੇਸ਼ ਕਿਹੜਾ ਹੈ ਜੋ ਖੇਤਰਫਲ ਅਤੇ ਆਬਾਦੀ ਦੋਵਾਂ ਪੱਖਾਂ ਤੋਂ ਪੰਜਵਾਂ ਸਥਾਨ ਰੱਖਦਾ ਹੈ? ਭਾਵ ਜੇ ਖੇਤਰਫਲ ਵੱਲੋਂ ਦੇਖੀਏ ਤਾਂ ਵੀ ਇਸ ਦੇਸ਼ ਦਾ ਪੰਜਵਾਂ ਨੰਬਰ ਹੈ ਅਤੇ ਜੇ ਆਬਾਦੀ ਵਾਲੇ ਪੱਖ ਤੋਂ ਦੇਖੀਏ ਤਾਂ ਵੀ ਇਸ ਦੇਸ਼ ਦਾ ਪੰਜਵਾਂ ਨੰਬਰ ਹੈ। ਉਸੀ ਸਾਰਣੀ ਨੂੰ ਜੇ ਅਸੀਂ ਦੇਖੀਏ ਤਾਂ ਪੰਜਵੇਂ ਨੰਬਰ ਦੇ ਉੱਪਰ ਇੱਥੇ ਬ੍ਰਾਜ਼ੀਲ ਦਾ ਨਾਂ ਹੈ। ਇਸ ਤੋਂ ਅੱਗੇ ਇੱਕ ਹੋਰ ਸਾਰਣੀ ਜੋ ਕਿ ਜਨਸੰਖਿਆ ਬਾਰੇ ਜਾਣਕਾਰੀ ਦੇ ਰਹੀ ਹੈ, ਇਸ ਵਿੱਚ ਪੰਜਵੇਂ ਨੰਬਰ 'ਤੇ ਬ੍ਰਾਜ਼ੀਲ ਹੈ। ਤਾਂ ਸਾਡੇ ਇਸ ਪ੍ਰਸ਼ਨ ਦਾ ਉੱਤਰ ਬ੍ਰਾਜ਼ੀਲ ਹੋਵੇਗਾ। ਸਾਡਾ ਤੀਸਰਾ ਪ੍ਰਸ਼ਨ ਬਹੁਵਿਕਲਪੀ ਪ੍ਰਸ਼ਨ ਹੈ। ਸੌਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ? ਮਣੀਪੁਰ, ਗੁਜਰਾਤ, ਮਹਾਰਾਸ਼ਟਰ ਅਤੇ ਨਾਗਾਲੈਂਡ। ਇਸ ਪ੍ਰਸ਼ਨ ਦਾ ਉੱਤਰ ਹੈ ਗੁਜਰਾਤ। ਹੁਣ ਅਸੀਂ ਅਗਲੇ ਪ੍ਰਸ਼ਨ ਵੱਲ ਵਧ ਰਹੇ ਹਾਂ। ਸਾਡਾ ਚੌਥਾ ਪ੍ਰਸ਼ਨ, ਕਿਹੜਾ ਸ਼ਹਿਰ ਕਿਸੇ ਰਾਜ ਦੀ ਰਾਜਧਾਨੀ नहीं है। नंबर 1 रायपुर,
नंबर 2 अहमदाबाद, नंबर 3 रांची ਅਤੇ नंबर 4 पणजी। इस प्रश्न का उत्तर है अहमदाबाद। साडा पंजवां प्रश्न, भारत का किहड़ा वित्तकारी या अक्षांशी पसार सही है? प्यारे विद्यार्थियों, ध्यान नाल देखो अते अपना उत्तर लभन की कोशिश करो। इस प्रश्न का सही उत्तर है पहली ऑप्शन 8 डिग्री 4 मिनट उत्तर तो 37 डिग्री 6 मिनट उत्तर तक। भारत का सरकारी या संविधानक नाम की है? इसका उत्तर है भारत गणराज, जिसनों इंग्लिश विच असी द रिपब्लिक ऑफ इंडिया भी कह सकते हैं। इस तो बाद संखेप उत्तर वाले प्रश्न हैं। इन्हां विच पहला प्रश्न, भारत दे उत्तरी, दक्षिणी, पूर्वी अते पश्चिमी सिरियां दे नाम लिखो। चारे दिशावां विच जो सिरे दे उपर राज हैं या शहर हैं, उन्हां बारे इस विच जानकारी देनी है। इस प्रश्न का उत्तर इत्थे है, भारत का खेतरी विस्तार उत्तर विच दफदार तो लैके दखण विच केप कोमोरिन, कन्याकुमारी तक है। ये दूरी 3214 किलोमीटर है। भारतीय गणतंत्रता सब तो दखणी सिरा निकोबार द्वीप विच इंदिरा पॉइंट है। भारत का पूरब तो पश्चिम तक विस्तार पूरब विच किबिथू, अरुणाचल प्रदेश तो लैके गुजरात विच गुहार मोती, कच्छ तक 2933 किलोमीटर है। अगला प्रश्न, भारत की मुख्य देशांतर रेखा बारे एक नोट लिखो। प्यारे विद्यार्थियों, पहला असी गल कर चुके हाँ भारती मानक समय की। जो साडी मुख्य देशांतर रेखा है, इसका सीधा संबंध इंडियन स्टैंडर्ड टाइम या मानक समय नाल है। जो भारत का मानक समा है वो 82 डिग्री 30 मिनट पूर्वी स्टैंडर्ड मैरिडियन तो मिथ्या जाता है, जिसनों असी भारत की मुख्य देशांतर रेखा कहते हैं। यह रेखा उत्तर प्रदेश विच इलाहाबाद के स्थान तो लंघदी है। इसलिए भारत का मानक समा 0 डिग्री देशांतर रेखा प्राइम मैरिडियन, जो कि इंग्लैंड के ग्रीनविच नामक स्थान तो लंघदी है, उस तो 5.5 घंटे अगे है। भारत की मुख्य देशांतर रेखा उत्तर प्रदेश विच इलाहाबाद के स्थान तो लंघिया मन्निया जाता है। इस देशांतर का समा भारतीय स्टैंडर्ड टाइम मन्निया गया है। इस तो अगला प्रश्न है, अरुणाचल प्रदेश के सौराष्ट्र गुजरात के समय विच 2 घंटे का अंतर क्यों है? गुजरात तो अरुणाचल प्रदेश तक की लंबाई 2933 किलोमीटर है, जो कि बहुत ज़्यादा है। इस विच 30 देशांतरां का
ਫਰਕ ਹੈ। ਹਰੇਕ ਦਿਸ਼ਾਂਤਰ ਵਿੱਚ 4 ਮਿੰਟ ਦਾ ਫਰਕ ਹੁੰਦਾ ਹੈ। ਇਸ ਲਈ ਇਹ ਫਰਕ 2 ਘੰਟਿਆਂ ਦਾ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਰਾਤ ਦਾ ਆਖਰੀ ਪਹਿਰ ਚੱਲ ਰਿਹਾ ਹੁੰਦਾ ਹੈ। ਅਗਲਾ ਪ੍ਰਸ਼ਨ, ਭਾਰਤੀ ਰਾਜ ਜੰਮੂ ਕਸ਼ਮੀਰ ਅਤੇ ਤੇਲੰਗਾਨਾ ਵਿੱਚ ਕਿਹੜੀਆਂ ਭਾਸ਼ਾਵਾਂ ਪ੍ਰਚਲਿਤ ਹਨ? ਜੰਮੂ ਅਤੇ ਕਸ਼ਮੀਰ ਵਿੱਚ ਉਰਦੂ ਅਤੇ ਕਸ਼ਮੀਰੀ ਭਾਸ਼ਾ ਅਤੇ ਤੇਲੰਗਾਨਾ ਰਾਜ ਵਿੱਚ ਤੇਲਗੂ ਅਤੇ ਉਰਦੂ ਭਾਸ਼ਾਵਾਂ ਪ੍ਰਚਲਿਤ ਹਨ। ਸਾਰਕ ਬਾਰੇ ਇੱਕ ਸੰਖੇਪ ਨੋਟ ਲਿਖੋ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ, ਸਾਰਕ SAARC ਇਸ ਦੀ ਫੁੱਲ ਫਾਰਮ ਹੈ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ, ਭਾਵ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ। ਇਹ ਸਾਰਕ 8 ਏਸ਼ੀਆਈ ਦੇਸ਼ਾਂ ਦਾ ਸਮੂਹ ਹੈ। ਇਹ 8 ਦੇਸ਼ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਹਨ। ਇਸ ਤੋਂ ਬਾਅਦ ਸਾਡੇ ਵਿਸਤ੍ਰਿਤ ਉੱਤਰ ਵਾਲੇ ਪ੍ਰਸ਼ਨ ਹਨ। ਇਹਨਾਂ ਵਿੱਚ ਸਾਡਾ ਪਹਿਲਾ ਪ੍ਰਸ਼ਨ ਹੈ, ਭਾਰਤ ਦੇ ਕੌਮਾਂਤਰੀ ਵਪਾਰ ਬਾਰੇ ਵਿਸਥਾਰ ਨਾਲ ਲਿਖੋ। ਪਿਆਰੇ ਵਿਦਿਆਰਥੀਓ, ਭਾਰਤ ਦੇ ਦੱਖਣ ਵਿੱਚ ਪ੍ਰਾਇਦੀਪੀ ਪਠਾਰ ਹੈ, ਜਿਸ ਦੇ ਕਿ ਤਿੰਨੇ ਪਾਸੇ ਸਮੁੰਦਰ ਹੈ। ਇਹੀ ਕਾਰਨ ਹੈ ਕਿ ਭਾਰਤ ਦਾ 96% ਵਪਾਰ ਸਮੁੰਦਰ ਦੇ ਰਾਸਤੇ ਹੁੰਦਾ ਹੈ। ਭਾਰਤ ਦੇ ਵਪਾਰਕ ਸੰਬੰਧ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਯੂਰਪੀ, ਏਸ਼ੀਆਈ, ਅਫਰੀਕੀ ਅਤੇ ਦੱਖਣ ਪੂਰਬੀ ਏਸ਼ੀਆ ਦੇ ਲਗਭਗ ਸਾਰੇ ਦੇਸ਼ਾਂ ਨਾਲ ਹਨ। ਸੁਏਜ਼ ਨਹਿਰ ਦੇ ਖੁੱਲ੍ਹ ਜਾਣ ਨਾਲ ਭਾਰਤ ਦੇ ਯੂਰਪ ਤੇ ਅਮਰੀਕੀ ਦੇਸ਼ਾਂ ਨਾਲ ਵਪਾਰਕ ਸੰਬੰਧ ਹੋਰ ਵੀ ਡੂੰਘੇ ਹੋ ਗਏ ਹਨ। ਭਾਰਤ ਦੇ ਕੋਈ 10 ਰਾਜਾਂ ਅਤੇ 5 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਮ ਅਤੇ ਰਾਜਧਾਨੀਆਂ ਲਿਖੋ। ਤੁਹਾਡੀ ਕਿਤਾਬ ਦੇ ਵਿੱਚ ਇਹ ਸਾਰਣੀ ਦਿੱਤੀ ਹੋਈ ਹੈ। ਇਸ ਦੇ ਵਿੱਚ ਸਾਰੇ ਹੀ ਰਾਜਾਂ ਦੇ ਨਾਂ, ਉਹਨਾਂ ਦੀਆਂ ਰਾਜਧਾਨੀਆਂ, ਉਹਨਾਂ ਦੇ ਖੇਤਰਫਲ ਅਤੇ ਭਾਸ਼ਾਵਾਂ ਬਾਰੇ ਜਾਣਕਾਰੀ ਦਿੱਤੀ ਹੀ। ਇਸ ਦੇ ਵਿੱਚੋਂ ਤੁਸੀਂ ਕੋਈ ਵੀ 10 ਰਾਜ ਅਤੇ ਆਪਣੀ ਪਸੰਦ ਦੇ ਕੋਈ ਵੀ 5 ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਉਹਨਾਂ ਦੀਆਂ ਰਾਜਧਾਨੀਆਂ ਬਾਰੇ ਉੱਤਰ ਦੇ ਸਕਦੇ ਹੋ। ਭਾਰਤ ਦੀ ਰਾਜਨੀਤਿਕ ਵੰਡ ਤੇ ਨੋਟ ਲਿਖੋ ਤੇ ਖੇਤਰਫਲ ਪੱਖੋਂ ਸਭ ਤੋਂ ਵੱਡੇ ਤੇ ਛੋਟੇ ਰਾਜਾਂ ਦੀ ਵਿਆਖਿਆ ਕਰੋ। ਪਹਿਲਾਂ ਭਾਰਤ 29 ਰਾਜ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਹੋਇਆ ਸੀ, ਪਰ ਹੁਣ ਭਾਰਤ ਦੀ ਰਾਜਨੀਤਿਕ ਵੰਡ ਇਸ ਤਰ੍ਹਾਂ ਹੈ। ਇਸ ਵਿੱਚ 28 ਰਾਜ ਹਨ, 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਜੰਮੂ ਕਸ਼ਮੀਰ ਤੋਂ ਰਾਜ ਦਾ ਦਰਜਾ ਵਾਪਸ ਲੈ ਲਿਆ ਗਿਆ ਹੈ ਅਤੇ ਉੱਥੇ 2 ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਲਦਾਖ ਬਣਾਏ ਗਏ ਹਨ। ਭਾਰਤ ਦਾ ਖੇਤਰਫਲ ਪੱਖੋਂ ਸਭ ਤੋਂ ਵੱਡਾ ਰਾਜ ਰਾਜਸਥਾਨ ਹੈ ਅਤੇ ਸਭ ਤੋਂ ਛੋਟਾ ਰਾਜ ਗੋਆ ਹੈ। ਇਹਨਾਂ ਪ੍ਰਸ਼ਨਾਂ ਦੇ ਨਾਲ ਹੀ ਸਾਡੇ ਕਿਤਾਬ ਦੇ ਪਿੱਛੇ ਜੋ ਅਭਿਆਸ ਦੇ ਪ੍ਰਸ਼ਨ ਹਨ ਉਹ ਪੂਰੇ ਹੋ ਗਏ ਹਨ ਅਤੇ ਵਿਭਾਗ ਵੱਲੋਂ ਜੋ ਵਰਕਬੁੱਕ ਬਣਾਈ ਗਈ ਹੈ, ਹੁਣ ਅਸੀਂ ਉਸ ਵਰਕਬੁੱਕ ਦੇ
ਪ੍ਰਸ਼ਨਾਂ ਦੀ ਗੱਲ ਤੁਹਾਡੇ ਨਾਲ ਕਰਨ ਜਾ ਰਹੇ ਹਾਂ। ਇਸ ਦੇ ਵਿੱਚ ਪਹਿਲਾਂ ਬਹੁ ਵਿਕਲਪੀ ਪ੍ਰਸ਼ਨ ਹਨ। ਪਹਿਲਾ ਪ੍ਰਸ਼ਨ, ਆਬਾਦੀ ਪੱਖੋਂ ਭਾਰਤ ਦਾ ਸੰਸਾਰ ਵਿੱਚ ਕਿਹੜਾ ਸਥਾਨ ਹੈ? ਪਹਿਲਾ, ਦੂਜਾ, ਤੀਜਾ ਜਾਂ ਚੌਥਾ? ਪਿਆਰੇ ਵਿਦਿਆਰਥੀਓ, ਭਾਰਤ ਦਾ ਦੂਸਰਾ ਸਥਾਨ ਹੈ। ਇਸ ਤੋਂ ਬਾਅਦ ਦੂਸਰਾ ਪ੍ਰਸ਼ਨ, ਸੰਸਾਰ ਦਾ ਖੇਤਰਫਲ ਪੱਖੋਂ 7ਵੇਂ ਨੰਬਰ ਦਾ ਦੇਸ਼ ਹੈ। ਆਪਸ਼ਨਸ ਹਨ ਚੀਨ, ਰੂਸ, ਕੈਨੇਡਾ ਅਤੇ ਭਾਰਤ। ਸਾਡੇ ਇਸ ਪ੍ਰਸ਼ਨ ਦਾ ਉੱਤਰ ਵੀ ਭਾਰਤ ਹੈ। ਭਾਰਤ ਦਾ ਉੱਤਰ ਤੋਂ ਦੱਖਣ ਵੱਲ ਪਸਾਰ, ਆਪਸ਼ਨਸ ਹਨ 3214 ਕਿਲੋਮੀਟਰ, 2933 ਕਿਲੋਮੀਟਰ, 3124 ਕਿਲੋਮੀਟਰ, 3329 ਕਿਲੋਮੀਟਰ। ਇਸ ਦੇ ਬਾਰੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਮੈਨੂੰ ਲੱਗਦਾ ਹੈ ਤੁਹਾਨੂੰ ਸਾਰਿਆਂ ਨੂੰ ਇਸ ਦਾ ਉੱਤਰ ਪਤਾ ਹੋਵੇਗਾ। ਇਸ ਦਾ ਸਹੀ ਉੱਤਰ ਹੈ 3214 ਕਿਲੋਮੀਟਰ। ਇਸ ਤੋਂ ਬਾਅਦ ਅਗਲਾ ਪ੍ਰਸ਼ਨ, ਭਾਰਤ ਦੇ ਲਗਭਗ ਮੱਧ ਵਿੱਚੋਂ ਨਿਕਲਣ ਵਾਲੀ ਕਲਪਤ ਰੇਖਾ ਕਿਹੜੀ ਹੈ? ਭੂ-ਮੱਧ ਰੇਖਾ, ਮਕਰ ਰੇਖਾ, ਕਰਕ ਰੇਖਾ, ਇਹਨਾਂ ਵਿੱਚੋਂ ਕੋਈ ਨਹੀਂ। ਪਿਆਰੇ ਵਿਦਿਆਰਥੀਓ, ਇਸ ਦਾ ਉੱਤਰ ਕਰਕ ਰੇਖਾ। ਭਾਰਤ ਦਾ ਮਾਣਕ ਸਮਾਂ ਇੰਡੀਅਨ ਸਟੈਂਡਰਡ ਟਾਈਮ ਮਿਥਿਆ ਜਾਂਦਾ ਹੈ 82 ਡਿਗਰੀ 30 ਮਿੰਟ ਪੂਰਬ, 82 ਡਿਗਰੀ 30 ਮਿੰਟ ਪੱਛਮ, 82 ਡਿਗਰੀ 30 ਮਿੰਟ ਉੱਤਰ, 82 ਡਿਗਰੀ 30 ਮਿੰਟ ਦੱਖਣ। ਇਸ ਪ੍ਰਸ਼ਨ ਦਾ ਸਹੀ ਉੱਤਰ 82 ਡਿਗਰੀ 30 ਮਿੰਟ ਉੱਤਰ। ਇਸ ਤੋਂ ਬਾਅਦ ਖਾਲੀ ਥਾਵਾਂ ਹਨ। ਖੇਤਰਫਲ ਅਤੇ ਆਬਾਦੀ ਦੋਹਾਂ ਪੱਖੋਂ ਸੰਸਾਰ ਦਾ 5ਵੇਂ ਨੰਬਰ ਦਾ ਦੇਸ਼ ਡੈਸ਼ ਹੈ। ਸੌਰਾਸ਼ਟਰ ਡੈਸ਼ ਰਾਜ ਦਾ ਹਿੱਸਾ ਹੈ। ਭਾਰਤ ਦਾ ਵਿੱਤਕਾਰੀ ਪਸਾਰ ਡੈਸ਼ ਤੋਂ ਡੈਸ਼ ਤੱਕ ਹੈ। ਭਾਰਤ ਦਾ ਸਰਕਾਰੀ ਜਾਂ ਸੰਵਿਧਾਨਕ ਨਾਮ ਡੈਸ਼ ਹੈ। ਭਾਰਤ ਦੇ ਰਾਜਾਂ ਦੀ ਗਿਣਤੀ ਡੈਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗਿਣਤੀ ਡੈਸ਼ ਹੈ। ਇਹਨਾਂ ਖਾਲੀ ਥਾਵਾਂ ਦੇ ਉੱਤਰ ਪਹਿਲੇ ਵਿੱਚ ਸਾਡਾ ਉੱਤਰ ਬ੍ਰਾਜ਼ੀਲ ਸੰਸਾਰ ਦਾ ਖੇਤਰਫਲ ਅਤੇ ਆਬਾਦੀ ਦੋਹਾਂ ਪੱਖੋਂ 5ਵੇਂ ਨੰਬਰ ਦਾ ਦੇਸ਼। ਸੌਰਾਸ਼ਟਰ ਗੁਜਰਾਤ ਰਾਜ ਦਾ ਹਿੱਸਾ ਹੈ। ਭਾਰਤ ਦਾ ਵਿੱਤਕਾਰੀ ਪਸਾਰ 8 ਡਿਗਰੀ 4 ਮਿੰਟ ਉੱਤਰ ਤੋਂ ਲੈ ਕੇ 37 ਡਿਗਰੀ 6 ਮਿੰਟ ਉੱਤਰ ਤੱਕ ਹੈ। ਭਾਰਤ ਦਾ ਸੰਵਿਧਾਨਕ ਨਾਮ ਭਾਰਤ ਗਣਰਾਜ ਦ ਰਿਪਬਲਿਕ ਆਫ ਇੰਡੀਆ ਹੈ। ਭਾਰਤ ਵਿੱਚ ਵਰਤਮਾਨ ਸਮੇਂ ਰਾਜਾਂ ਦੀ ਗਿਣਤੀ 28 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਗਿਣਤੀ 8 ਹੈ। ਇੱਥੇ ਪਿਆਰੇ ਵਿਦਿਆਰਥੀਓ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਂ ਦਿੱਤੇ ਗਏ ਹਨ ਅਤੇ ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਰਾਜਧਾਨੀਆਂ ਹਨ, ਪਰ ਇਹ ਉਲਟ ਲੱਗੀਆਂ ਹੋਈਆਂ ਹਨ। ਇੱਥੇ ਅਸੀਂ ਸਹੀ ਮਿਲਾਨ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਾਂ ਦੇ ਸਾਹਮਣੇ ਉਸ ਦੀ ਰਾਜਧਾਨੀ ਦਾ ਨਾਂ ਲਗਾਉਣਾ ਹੈ। ਇਸ ਦਾ ਸਹੀ ਉੱਤਰ ਅਸੀਂ ਅੱਗੇ ਦੇਖਦੇ ਹਾਂ। ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਇਸ ਦੀ ਰਾਜਧਾਨੀ ਪੋਰਟ ਬਲੇਅਰ, ਚੰਡੀਗੜ੍ਹ ਦੀ ਚੰਡੀਗੜ੍ਹ,
दादर अते नगर हवेली अते दमन अते दीव, इन्हां दी राजधानी दमन। लक्षद्वीप राजधानी कवरत्ती। दिल्ली दी राजधानी NCR दी नवी दिल्ली। पुडुचेरी दी राजधानी पुडुचेरी। जम्मू अते कश्मीर दी राजधानी श्रीनगर अते लद्दाख दी राजधानी लेह है। सार्क दे नावां दी सूची पूरी करो। जिवें कि असीं पहलां गल कर चुके हाँ कि सार्क संस्था दे विच 8 देश हैं। ये 8 ते 8 नाम इस सूची दे विच दिते गए हैं। एक बार फिर मैं तुहाडी सुविधा लई बोल दिना हाँ। अफगानिस्तान, बांग्लादेश, भूटान, भारत, मालदीव, नेपाल, पाकिस्तान अते श्रीलंका। इस तो अगली जो एक्टिविटी है, अगली गतिविधि है, यह एक सारनी के रूप दे विच है, जिस दे विच 2 कॉलम हैं। एक कॉलम दे विच राजां दे नाम लिखे गए हैं अते दूसरे कॉलम दे विच उन्हां दीयां राजधानियां दे नाम लिखे गए हैं। जिथे किते राज का नाम लिखा गया है उसके सामने उसकी राजधानी लई जगह बनी हुई है। किसी थां दे उपर राजधानी का नाम लिखा गया है पर राज दे नाम वाला कॉलम खाली है। इस थां दे उपर तुसीं जो भी खाली है उत्थे राजधानी का नाम, जे राजधानी का नाम दिता गया है तो उस राजधानी वाले राज का नाम भरना है। उदाहरण के तौर पर जिमें पहला तुहाडा प्रश्न है अरुणाचल प्रदेश। अरुणाचल प्रदेश की राजधानी, आओ इसका उत्तर असी देखते हैं। अरुणाचल प्रदेश की राजधानी ईटानगर, आसाम की राजधानी दिसपुर, छत्तीसगढ़ की रायपुर, कर्नाटक बेंगलुरु, मध्य प्रदेश भोपाल, महाराष्ट्र मुंबई, मणिपुर इंफाल, नागालैंड की राजधानी कोहिमा अते सिक्किम की राजधानी गैंगटॉक है। तमिलनाडु राज्य की राजधानी चेन्नई है। पंजाब की राजधानी चंडीगढ़ अते उत्तर प्रदेश की राजधानी लखनऊ। प्यारे विद्यार्थियों, इस तो पहला असी साडी किताब के पिछे दिते गए अभ्यास के प्रश्न उन्हां दे बारे गल कर चुके हाँ। फिर असी साडी वर्कबुक दे विच दित्तियां गईयां एक्टिविटीज़ या गतिविधियां उन्हां दी गल कर चुके हाँ। हुण नैशनल अचीवमेंट सर्वे के आधार ते कुछ प्रश्न बनाए गए हैं। ये प्रश्न लर्निंग आउटकम्स ते आधारित हैं। ये भी साडे बहुविकल्पी प्रश्न हैं। हर एक प्रश्न के उत्तर लई 4 ऑप्शन दिते गए हैं अते इन्हां 4 ऑप्शनस दे विचों तुसीं सही ऑप्शन की पछाण करनी है। उम्मीद है हुण तक तुसीं इस पाठ बारे चंगी तरह समझ चुके होवोगे अते इन्हां सारे प्रश्नों नूं सफलता नाल करन दे योग होवोगे। आओ देखिए सानू भारत आकार अते स्थिति बारे
कितनी कुछ जानकारी प्राप्त हुई है। साडा पहला प्रश्न, ਉਹ ਕਿਹੜਾ ਦੇਸ਼ ਹੈ ਜਿਸ ਦੇ ਉੱਤਰ ਵਿੱਚ ਹਿਮਾਲਾ ਹੈ ਅਤੇ ਇਹ ਦੇਸ਼ ਦੱਖਣ ਏਸ਼ੀਆ ਵਿੱਚ ਸਥਿਤ ਹੈ। ਇਸ ਪ੍ਰਸ਼ਨ ਲਈ ਸਾਡੇ ਕੋਲ ਆਪਸ਼ਨਸ ਹਨ ਅਮਰੀਕਾ, ਅਫਰੀਕਾ, ਚੀਨ ਅਤੇ ਭਾਰਤ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਸ ਪ੍ਰਸ਼ਨ ਦਾ ਉੱਤਰ ਚੰਗੀ ਤਰ੍ਹਾਂ ਪਤਾ ਹੋਵੇਗਾ। इसका सही उत्तर है भारत। इस तो बाद साडा दूसरा प्रश्न, इत्थे एक गगन नां दा व्यक्ति गुजरात का निवासी है। वो अपने फुफड़ दे घर जाण लई जहाज विच गया। जहाज जमीन तो ਉੱਪਰ ਉੱਠ ਕੇ 2933 ਕਿਲੋਮੀਟਰ ਪੂਰਬ ਵੱਲ ਜਾ ਕੇ ਉਤਰਿਆ। ਦੱਸੋ ਗਗਨ ਦਾ ਫੁੱਫੜ ਕਿਸ ਰਾਜ ਵਿੱਚ ਰਹਿੰਦਾ ਹੈ। ਇਸ ਪ੍ਰਸ਼ਨ ਦੀਆਂ ਆਪਸ਼ਨਸ ਹਨ ਪੰਜਾਬ, ਕੇਰਲ, ਲੱਦਾਖ ਅਤੇ ਅਰੁਣਾਚਲ ਪ੍ਰਦੇਸ਼। ਪਿਆਰੇ ਵਿਦਿਆਰਥੀਓ, ਅਸੀਂ ਜਾਣਦੇ ਹਾਂ ਕਿ पूर्वी सिरे तो लैके भारत के पश्चिमी सिरे तक जो विस्तार है वो 2933 किलोमीटर है। तो गुजरात पश्चिमी सिरा है। पूर्वी सिरे तक जदों असीं जावांगे तो पूर्वी सिरे ते साडा राज अरुणाचल प्रदेश स्थित है। तो इस प्रश्न का सही उत्तर अरुणाचल प्रदेश। सामने तुहाडे भारत का नक्शा है। इस नक्शे विच भारत नूं लगभग विचकार विचों एक रेखा वंड रही है। इस रेखा का नाम की है? मकर रेखा, भूमध्य रेखा, कर्क रेखा या इन्हां विचों कोई नहीं। प्रश्न का उत्तर, सही उत्तर कर्क रेखा। चौथा प्रश्न, भारत के यूरोप अते अमरीकी देशों नाल वपारक संबंध होर भी डूंघे हो गए जदों डैश नहर नूं खोलिया गया। स्वेज, पनामा, 8 डिग्री चैनल, 10 डिग्री चैनल। इस प्रश्न का सही उत्तर है स्वेज नहर। पंजवां प्रश्न, पंकज गर्मियां दीयां छुट्टियां कट्टण लई अपने मामा जी कोल गया। वो अजिहे राज विच गया जिथे अंगमी, औ अते चांग भाषावां बोलियां जांदियां हन। दसो उसके मामा जी किस राज विच रहिंदे हन। ये सारियां भाषावां नागालैंड विच बोलियां जांदियां हन। तां इस प्रश्न का सही उत्तर नागालैंड। छेवां प्रश्न, सुरजीत के मामा जी इंग्लैंड रहिंदे हन। अज सवेरे 10 बजे उन्होंने इंग्लैंड तो सुरजीत नूं फोन किया। दसो उस समय भारत विच कितना समा होवेगा। इंग्लैंड दे ग्रीनविच तो 5.5 घंटे साडा देश अगे है। इसलिए इंग्लैंड दे 10 बजे दे विच असीं 5.5 घंटे जोड़िए तां साडा ये समा बनेगा 3:30 PM। साडा अंतिम प्रश्न, साडे स्कूल का ट्रिप अजिहे राज विच गया जिसकी राजधानी तिरुवनंतपुरम है। दोस्तों असी किहड़े राज विच घूमण गए? केरल, मध्य प्रदेश, कर्नाटक या मिजोरम। इस प्रश्न का सही उत्तर केरल। इस दे नाल ही साडे अज दे इस जमात की समाप्ति हुंदी है। बहुत बहुत धन्यवाद।